ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਕਲਗੀਧਰ ਕੋ ਕਰ ਨਮੋ। ਹਾਥ ਜੋੜ ਬੋਲਿਓ ਤੇ ਸਮੋ। ਸ਼੍ਰੀ ਕਲਗੀਧਰ ਕੋ ਕਰ ਨਮੋ। ਹਾਥ ਜੋੜ ਬੋਲਿਓ ਤੇ ਸਮੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲੇ ਜੈਸੇ ਕੇਸੋਂ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, बरखा विहोन जैसे खेत में न धान है। जैसे बिन दीपक भवन अंधकार होत, लोने कृत बिना जैसे भोजन समान है। तैसे बिन साध संगत जन्म मरण दुख, मिटत न भ्रम पै बिन गुर ज्ञान है। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਸ਼ਾਹੀ ਫੌਜਾਂ ਦੇ ਸਮੇਤ ਪਹਾੜੀ ਰਾਜਿਆਂ ਦੀਆਂ ਜੋ ਵੀ ਫੌਜਾਂ ਸਨ, ਘੇਰਾ ਪਾਇਆ ਹੋਇਆ ਕਈ ਮਹੀਨੇ ਬਤੀਤ ਹੋ ਚੁੱਕੇ ਸਨ। ਹੁਣ ਚਾਰੇ ਪਾਸਿਆਂ ਤੋਂ ਲੱਕੜੀ ਵੀ ਘਾਹ ਵੀ ਮੁੱਕ ਚੁੱਕੇ ਹੈ। ਜਿਹੜੇ ਜਵਾਨ ਸਿਪਾਹੀ ਉਹ ਪਰਜਾ ਨੂੰ ਵੀ ਬੜਾ ਤੰਗ ਕਰਨ ਲੱਗ ਪਏ ਸਨ। ਹੁਣ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਇਕੱਠੀਆਂ ਹੋ ਜਾਣ ਰੋਜ਼ ਦੀ ਰੋਜ਼, ਉੱਥੇ ਤਾਂ ਫਿਰ ਮਣਾ ਮੋਹੀ ਅੰਨ ਵੀ ਔਰ ਲੱਕੜੀ ਦਾ ਵੀ ਖਰਚ ਆਪਣੇ ਆਪ ਹੀ ਹੋ ਜਾਇਆ ਕਰਦਾ ਹੈ। ਇਤਨਾ ਲੰਮਾ ਘੇਰਾ ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਦੁੱਖ, ਬੜਾ ਕਸ਼ਟ ਪੈਦਾ ਹੋ ਗਿਆ। ਪਹਾੜੀ ਰਾਜੇ ਸੋਚਣ ਲੱਗੇ ਵੀ ਅਸੀਂ ਤਾਂ ਐਵੇਂ ਕਾਲੀ ਕੰਬਲੀ ਦੇ ਕਰਕੇ ਗੁਰੂ ਜੀ ਦੇ ਨਾਲ ਪੰਗਾ ਲੈ ਲਿਆ। ਹੁਣ ਨਾ ਸ਼ਾਹੀ ਫੌਜਾਂ ਘੇਰਾ ਉਠਾ ਕਰਕੇ ਵਾਪਸ ਵੀ ਨਹੀਂ ਜਾ ਸਕਦੀਆਂ ਹਨ। ਥਾਂ ਥਾਂ 'ਤੇ ਪਬਲਿਕ ਦੇ ਲੋਕ ਸਾਨੂੰ ਬੜੀਆਂ ਤਿਰਖਾਰਾਂ ਪਾ ਰਹੇ ਹਨ। ਇੱਕ ਦਿਨ ਜਦੋਂ ਪਹਾੜੀ ਦੇ ਉੱਪਰ ਇਹਨਾਂ ਨੇ ਨਿਗਾਹ ਮਾਰੀ ਵੀ ਇੱਥੋਂ ਦੀ ਜਿਹੜਾ ਠੰਡਾ ਜਲ ਆਨੰਦਪੁਰ ਦੇ ਵਿੱਚ ਵਰਤਣ ਦੇ ਲਈ ਜਾਂਦਾ ਹੈ,
ਅਮੀਰਾਂ ਵਜ਼ੀਰਾਂ ਨੇ ਸਲਾਹ ਦਿੱਤੀ ਭੀਮ ਚੰਦ ਨੂੰ ਵੀ ਇਹ ਜੇ ਜਲ ਬੰਦ ਕੀਤਾ ਜਾਏ, ਗੁਰੂ ਜੀ ਦਾ ਯੋਧੇ ਸੂਰਮੇ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਤੰਗ ਹੋ ਜਾਣੇ ਹਨ। ਜਦੋਂ ਇਹਨਾਂ ਨੇ ਉੱਪਰੋਂ ਪਾਣੀ ਆਉਣਾ ਬੰਦੀ ਕਰ ਦਿੱਤਾ ਹੈ, ਇਹਦੇ ਕਰਕੇ ਸਿੰਘਾਂ ਨੇ ਦਸ਼ਮੇਸ਼ ਪਿਤਾ ਦੇ ਅੱਗੇ ਬੇਨਤੀ ਕੀਤੀ, ਹੱਥ ਜੋੜੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਪਾਣੀ ਤੋਂ ਬਗੈਰ ਤਾਂ ਹੁਣ ਸਾਰਿਆਂ ਨੂੰ ਬੜੀ ਤੰਗੀ ਖੜੀ ਹੋ ਗਈ ਹੈ। ਸੁਣ ਕਰਕੇ ਦੀਨ ਦੁਨੀਆ ਦੇ ਮਾਲਕ ਨੇ ਇੱਕ ਪ੍ਰੇਮੀ ਨੂੰ ਹੁਕਮ ਕੀਤਾ ਵੀ ਆ ਸਾਡਾ ਤੀਰ ਲੈ ਜਾ, ਤੈਂ ਸਤਲੁਜ ਦਰਿਆ ਦੇ ਕਿਨਾਰੇ 'ਤੇ ਖੜਿਆ ਹੋ ਕਰਕੇ ਇਹ ਜਿਹੜੇ ਬਚਨ ਕਹਿ ਦੇਣੇ ਹਨ ਵੀ ਤੈਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ। ਉੱਥੇ ਸਤਿਗੁਰੂ ਜੀ ਨੇ ਹਦਾਇਤ ਕੀਤੀ ਵੀ ਜਿਵੇਂ ਜਿਵੇਂ ਧਰਤੀ ਦੇ ਉੱਪਰ ਲਕੀਰ ਖਿੱਚੀ ਆਏਗਾ, ਜਿਹੜਾ ਸਤਲੁਜ ਦਾ ਇਤਨਾ ਵੱਡਾ ਤੇਜ਼ ਪ੍ਰਵਾਹ ਉਹ ਤੇਰੇ ਮਗਰ ਹੀ ਤੁਰ ਪੈਣਾ। ਪਰ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਤੂੰ ਖਿਆਲ ਰੱਖੀ, ਰਾਹ ਦੇ ਵਿੱਚ ਗਰਦਨ ਘੁਮਾ ਕਰਕੇ ਪਿੱਛੋਂ ਨਹੀਂ ਦੇਖਣਾ। ਪਰ ਜਦੋਂ ਕਾਫੀ ਦੂਰ ਉਹ ਆ ਗਿਆ ਹੈ ਚੱਲਦਾ ਚੱਲਦਾ, ਸੋਚਿਆ ਵੀ ਦੇ ਤਾਂ ਲਵਾਂ, ਪ੍ਰਵਾਹ ਮੇਰੇ ਪਿੱਛੇ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ। ਫਿਰ ਗੁਰ ਸਿੱਖ ਮਨ ਦੇ ਅੰਦਰ ਵਿਚਾਰ ਕਰਨ ਲੱਗ ਪਿਆ, ਅਗਰ ਇਤਨਾ ਤੇਜ਼ ਪ੍ਰਵਾਹ ਸਤਲੁਜ ਦਾ ਨਗਰ ਵਿੱਚ ਚਲਿਆ ਗਿਆ, ਉੱਥੇ ਬੜਾ ਭਾਰੀ ਨੁਕਸਾਨ ਹੋ ਜਾਣਾ। ਰਾਤ ਦੇ ਟਾਈਮ 'ਤੇ ਪ੍ਰਜਾ ਦੇ ਵਿੱਚ ਬੜੀ ਤਰਸੱਲੀ ਪੈਦਾ ਹੋ ਜੂ, ਹੁਣ ਇਸ ਦਾ ਪਾਪ ਵੀ ਮੈਨੂੰ ਹੀ ਭੁਗਤਣਾ ਪਏਗਾ। ਇਹਨੇ ਫਿਰ ਉੱਥੇ ਖੜਿਆ ਹੋਇਆ ਹੋਈ ਅਰਦਾਸ ਬੇਨਤੀ ਕੀਤੀ। ਜਦੋਂ ਪਿੱਛੇ ਮੁੜ ਕੇ ਦੇਖਿਆ, ਸਤਲੁਜ ਦਾ ਜਿਹੜਾ ਪ੍ਰਵਾਹ ਉੱਥੋਂ ਹੀ ਗਾਇਬ ਹੋ ਚੁੱਕਿਆ ਸੀ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਕਲਗੀਧਰ ਕੋ ਕਰ ਨਮੋ। ਉਸ ਵਕਤ ਜਦੋਂ ਗੁਰ ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਆ ਕਰਕੇ ਮੱਥਾ ਟੇਕਿਆ ਸੀ, ਹੱਥ ਜੋੜ ਬੋਲਿਓ ਤੇ ਸਮੋ। ਦੋਵੇਂ ਹੱਥ ਜੋੜ ਕਰਕੇ ਆਪਣੇ ਵੱਲੋਂ ਬੇਨਤੀ ਕਰਨ ਲੱਗ ਪਿਆ, ਸ਼੍ਰੀ ਪ੍ਰਭ ਬਖਸ਼ੋ ਖਤਾ ਹਮਾਰੀ। ਐ ਸੱਚਾ ਪਾਤਸ਼ਾਹ ਮੇਰੇ ਕੋਲ ਤਾਂ ਬਹੁਤ ਵੱਡੀ ਗਲਤੀ ਭੁੱਲ ਹੋ ਚੁੱਕੀ ਹੈ, ਰੋਕਿਓ ਆਵਤ ਦੀਰਘ ਬਾਰੀ। ਮੈਂ ਤਾਂ ਸਤਲੁਜ ਦਾ ਇਤਨਾ ਤੇਜ਼ ਪ੍ਰਵਾਹ ਪਿੱਛੇ ਆਉਂਦਿਆਂ ਆਉਂਦਿਆਂ ਉਹ ਰਾਹ ਦੇ ਵਿੱਚ ਹੀ ਰੋਕ ਦਿੱਤਾ ਹੈ। ਜਬ ਮੈਂ ਤੀਰ ਲਕੀਰ ਨਿਕਾਰੀ। ਜਿਵੇਂ ਮੈਂ ਆਪ ਜੀ ਦੇ ਤੀਰ ਦੇ ਨਾਲ ਲਕੀਰ ਖਿੱਚੀ, ਬਹੁਤ ਤੇਜ਼ ਪਾਣੀ ਮੇਰੇ ਪਿੱਛੇ ਪਿੱਛੇ ਆਉਣ ਲੱਗ ਪਿਆ ਸੀ। ਆਇਓ ਵੱਡੋ ਪ੍ਰਵਾਹੋ ਪਿਛਾਰੀ। ਮਹਾਰਾਜ ਬਹੁਤ ਵੱਡਾ ਤੇਜ਼ ਪ੍ਰਵਾਹ ਜਦੋਂ ਮੇਰੇ ਨੇੜੇ ਹੀ ਆ ਚੁੱਕਿਆ ਸੀ। ਜਲ ਕੋ ਭੈ ਕਰ ਬਿਨੈ ਬਖਾਨੀ। ਫਿਰ ਮੈਂ ਇਤਨਾ ਵਿਸ਼ਾਲ ਜਲ ਦਾ ਮਨ ਦੇ ਵਿੱਚ ਡਰ ਧਾਰਨ ਕਰਦਿਆਂ ਹੋਇਆ ਉਸੇ ਵਕਤ ਵਰਨ ਦੇਵਤੇ ਦੇ ਅੱਗੇ ਹੱਥ ਜੋੜ ਦਿੱਤੇ ਸਨ। ਹਟਿਓ ਪ੍ਰਵਾਹ ਦਿਖੰਤ ਨਿਸ਼ਾਨੀ। ਮਹਾਰਾਜ ਉੱਥੋਂ ਹੀ ਜਿਹੜਾ ਸਤਲੁਜ ਦਾ ਪ੍ਰਵਾਹ ਪਿੱਛੇ ਨੂੰ ਮੁੜ ਗਿਆ ਹੈ। ਭਇਓ ਲੋਪ ਪੁਨ ਦੇਖਿਓ ਨਾਹੀ। ਮੈਂ ਜਦੋਂ ਮਾੜਾ ਜਿਹਾ ਗਰਦਨ ਘੁਮਾ ਕਰਕੇ ਪਿੱਛੇ ਨੂੰ ਦੇਖਿਆ, ਉੱਥੇ ਹੀ ਉਹ ਨਿਸ਼ਾਨੀਆਂ
ਜਿਹੜੀਆਂ ਗਾਇਬ ਹੋ ਗਈਆਂ ਸਨ। ਭਈ ਖਤਾ ਜਲ ਲਿਆਵਨ ਮਾਹੀ। ਮਹਾਰਾਜ ਇਤਨਾ ਵਿਸ਼ਾਲ ਜਲ ਲਿਆਉਣ ਵਾਸਤੇ ਮੇਰੇ ਤੋਂ ਬਹੁਤ ਵੱਡੀ ਗਲਤੀ ਬੜੀ ਇਹ ਤਾਂ ਭੁੱਲ ਹੋ ਗਈ ਹੈ। ਸੁਣ ਸ਼੍ਰੀ ਮੁਕਤੀ ਬੋਲੇ ਤਹੀ। ਸੁਣ ਕਰਕੇ ਦਸ਼ਮੇਸ਼ ਪਿਤਾ ਨੇ ਬਚਨ ਕੀਤੇ ਸੀ, ਸਮਾ ਪਾਈ ਇਹ ਹੈ ਇਤ ਸਹੀ। ਭਾਈ ਗੁਰਮੁਖਾ ਕੋਈ ਮਨ ਦੇ ਵਿੱਚ ਤੂੰ ਫਿਕਰ ਨਾ ਕਰ, ਸਮਾਂ ਪਾ ਕਰਕੇ ਇਸ ਜਲ ਨੇ ਕਦੇ ਨਾ ਕਦੇ ਜ਼ਰੂਰ ਇੱਥੇ ਪਹੁੰਚ ਹੀ ਜਾਣਾ ਹੈ। ਹੋਈ ਹਿਮਾਇਤੀ ਨਾਲਾ ਨਾਮੋ। ਇਸ ਦਾ ਨਾਮ ਹੀ ਸੰਗਤਾਂ ਦੇ ਵਿੱਚ ਹਮਾਇਤੀ ਨਾਲਾ ਪੱਕ ਜਾਵੇਗਾ। ਬਹਿ ਪਰਵਾਹ ਬਿਮਲ ਅਬਰਾਮੋ। ਜਿਵੇਂ ਹੁਣ ਤੂੰ ਆ ਕਾਫੀ ਦੂਰੀ ਤੱਕ ਲਿਆਂਦਾ ਸੀ, ਇਸੇ ਤਰ੍ਹਾਂ ਬਿਮਲ ਪ੍ਰਵਾਹ ਇਹਦੇ ਵਿੱਚ ਚੱਲਣ ਲੱਗ ਪੈਣਾ ਹੈ। ਘਾਟ ਸੁਪਾਨ ਬਨ ਹੈ ਇਸ ਕੀਰੀ। ਹਮਾਇਤੀ ਨਾਲੇ ਦੇ ਦੋਵੇਂ ਪਾਸੇ ਵੱਡੇ ਵੱਡੇ ਘਾਟ ਤੇ ਥਾਂ ਥਾਂ ਤੇ ਇਸ਼ਨਾਨ ਕਰਨ ਦੇ ਲਈ ਪੌੜੀਆਂ ਵੀ ਸੰਗਤਾਂ ਨੇ ਤਿਆਰ ਕਰ ਲੈਣੀਆਂ ਹਨ। ਜੀ ਮਜੈ ਫਲ ਪੁੰਨ ਬਡੇਰੀ। ਜਿਹੜਾ ਵੀ ਪ੍ਰੇਮੀ ਇਹਦੇ ਵਿੱਚ ਆ ਕਰਕੇ ਇਸ਼ਨਾਨ ਕਰੂ ਤੇ ਉਸ ਨੂੰ ਬੜੇ ਫਲ ਪ੍ਰਾਪਤ ਹੋ ਜਾਣੇ ਹਨ। ਕਲਮਲ ਨਾਸ਼ ਕਰਹਿ ਚਿਰਕਾਲਾ। ਬੜੇ ਲੰਮੇ ਸਮੇਂ ਤੱਕ ਜਿਹੜੇ ਵੀ ਇਸ਼ਨਾਨ ਕਰਨਗੇ ਉਹਨਾਂ ਦੇ ਵੱਡੇ ਵੱਡੇ ਭਾਰੇ ਤੇ ਪਾਪੀ ਨਾਸ ਹੋ ਜਾਣੇ ਹਨ। ਇਮ ਕਹਿ ਤੂਸ਼ਨ ਭਈ ਕਿਰਪਾਲਾ। ਦਿਆਲੂ ਕਿਰਪਾਲੂ ਮਹਾਰਾਜ ਇਤਨੇ ਬਚਨ ਕਰਕੇ ਫਿਰ ਚੁੱਪ ਕਰ ਗਏ ਸੀ। ਇਸੀ ਰੀਤ ਘੇਰਾ ਪਰ ਰਹਿਓ। ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਨੇ ਚਾਰੇ ਪਾਸਿਆਂ ਤੋਂ ਉਸੇ ਤਰ੍ਹਾਂ ਬੜਾ ਸਖਤ ਘੇਰਾ ਪਾਇਆ ਹੋਇਆ। ਅੰਨ ਨਿਖੂਟਤ ਸਭ ਦੁੱਖ ਲਹਿਓ। ਜਿਵੇਂ ਜਿਵੇਂ ਅੰਨ ਦੇ ਵਿੱਚ ਘਾਟ ਆ ਗਈ, ਹੁਣ ਓਵੇਂ ਓਵੇਂ ਸਿੰਘਾਂ ਨੂੰ ਬੜੇ ਦੁੱਖ ਵੀ ਝੱਲਣੇ ਪੈਣੇ ਸ਼ੁਰੂ ਹੋ ਗਏ ਹਨ। ਕਠਨ ਕੀਲ ਸਤਿਗੁਰੂ ਅਰੰਭਾ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬਹੁਤ ਇੱਕ ਕਠਨ ਖੇਲ ਬੜੇ ਚਰਜ ਕੌਤਕ ਆਰੰਭ ਕਰ ਲਏ ਹਨ। ਸੁਨ ਪਿਖ ਸਭ ਕੀ ਹੋਤ ਚੰਬਾ। ਸੁਣ ਕੇ ਵੀ ਦੇਖ ਕੇ ਵੀ ਗੁਰ ਸਿੱਖਾਂ ਦੇ ਮਨ ਦੇ ਵਿੱਚ ਬੜਾ ਇੱਕ ਅਚੰਭਾ ਜਿਹਾ ਪੈਦਾ ਹੋਣ ਲੱਗ ਪਿਆ ਹੈ। ਸਿੱਖਨ ਕੋ ਸੋਇਨੇ ਸਮਤਾਵਨ। ਹੁਣ ਸਤਿਗੁਰੂ ਜੀ ਆਪਣੇ ਗੁਰ ਸਿੱਖਾਂ ਨੂੰ ਸੋਨੇ ਦੇ ਸਮਾਨ ਬਾਰ-ਬਾਰ ਤਾ ਦੇਣਾ ਚਾਹੁੰਦੇ ਹਨ। ਦੀਨ ਕਸੌਟੀ ਸੁਧ ਬਨਾਵਨ। ਜਿਵੇਂ ਕਹਿੰਦੇ ਸੁਨਿਆਰਾ ਸੋਨੇ ਨੂੰ 12 ਬਨੀ ਦਾ ਬਣਾਉਣ ਦੇ ਲਈ ਕਈ ਦਫਾ ਉਹਨੂੰ ਅੱਗ ਦੇ ਉੱਪਰ ਰੱਖ ਕਰਕੇ ਬਾਰ-ਬਾਰ ਤਾ ਦਿਆ ਕਰਦਾ। ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਨੇ ਵੀ ਬੜੇ ਔਖੇ ਤੇ ਵੱਡੇ ਵੱਡੇ ਪਰਚੇ ਆਪਣੇ ਖਾਲਸੇ ਦੇ ਉੱਪਰ ਪਾਏ ਹੋਏ ਹਨ। ਜੋ ਬਾਰਹ ਬੰਨੀ ਲਗ ਪਇਓ। ਹੁਣ ਸਤਿਗੁਰੂ ਜੀ ਵੀ ਆਪਣੇ ਪੈਰੇਕਾਰਾਂ ਨੂੰ ਗੁਰ ਸਿੱਖਾਂ ਨੂੰ ਕਸਵੱਟੀਆਂ ਲਾ ਲਾ ਕੇ 12 ਬਨੀ ਦੇ ਸੋਨੇ ਦੇ ਸਮਾਨ ਬੜਾ ਸੁਧ ਕਰਨਾ ਚਾਹੁੰਦੇ ਹਨ। ਪਦ ਅਗਟਨ ਸੋ ਪੁੰਨ ਮਿਲ ਗਇਓ। ਹੁਣ ਇਹੋ ਜੀ ਨਾ ਕੱਟਣ ਵਾਲੀ ਜਿਹੜੀ ਪਦਵੀ ਮਹਾਰਾਜ ਆਪਣੇ ਗੁਰ ਸਿੱਖਾਂ ਨੂੰ ਬਖਸ਼ਣਾ ਚਾਹੁੰਦੇ ਹਨ, ਅਖੱਟ ਵੀ ਜਿਹਦੇ ਵਿੱਚ ਕਦੇ ਘਾਟਾ ਨਹੀਂ ਆਉਂਦਾ ਨਾ ਕਦੇ ਬਾਟਾ ਲੱਗੇ, ਇਹੋ ਜੀ ਪਦਵੀ ਆਪਣੇ ਗੁਰ ਸਿੱਖਾਂ ਨੂੰ ਦੇਣੀ ਚਾਹੁੰਦੇ ਹਨ। ਸਿੱਖੀ ਤਿੱਖੀ ਜਿਉ ਖਗ ਧਾਰਾ। ਹੁਣ ਜਿਹੜੀ ਖੰਨਿਓ ਤਿੱਖੀ ਬਾਲੋ ਨਿੱਕੀ ਇਹ ਤੁਮਾਰ ਗਜ਼ਾਣਾ, ਇਹ ਗੁਰ ਸਿੱਖੀ ਜਿਹੜੀ ਤਲਵਾਰ ਦੀ ਧਾਰਾ ਦੇ ਸਮਾਨ ਬਹੁਤ ਹੀ ਤਿੱਖੀ ਹੈ। ਤਿਸ ਪਰ ਚਲਬੋ ਕਠਨ ਦੁਖਾਰਾ। ਹੁਣ ਤਲਵਾਰ ਦੀ ਬਹੁਤ ਤਿੱਖੀ ਧਾਰਾ ਦੇ ਉੱਪਰ ਚੱਲਣਾ ਕਿਤਨਾ ਔਖਾ ਹੋਇਆ ਕਰਦਾ ਹੈ। ਪ੍ਰੇਮ ਲੀਨ ਦੀਨ ਸਮਨ ਵੱਟੀ। ਪਰ ਜਿਨ੍ਹਾਂ ਨੇ ਪ੍ਰੇਮ ਦੇ ਵੱਟੇ ਆਪਣਾ ਅਰਪਣ ਕਰਕੇ ਗੁਰ ਸਿੱਖੀ ਸਤਿਗੁਰੂ ਜੀ ਦੇ ਪਾਸੋਂ ਖਰੀਦਣੀ ਕੀਤੀ ਹੈ, ਕੰਚਨ ਸਿਓ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜਿਨ੍ਹਾਂ ਨੇ ਇੱਕ ਪ੍ਰੇਮ ਧਾਰਨ ਕਰਕੇ ਇਸ ਗੁਰ ਸਿੱਖੀ ਨੂੰ
ਪ੍ਰਾਪਤ ਕੀਤਾ ਹੈ। ਰਹਿ ਸਾਬਤੀ ਸਿਰ ਕੀ ਸੱਟੀ। ਹੁਣ ਇਹ ਤਾਂ ਫਿਰ ਜਿਹੜੇ ਸਿੱਖੀ ਸਿਦਕ ਦੇ ਜਿਹੜੇ ਬੱਟੇ ਸਿਰ ਦੇ ਨਾਲ ਹੀ ਨਿਭਿਆ ਕਰਦੇ ਹਨ, ਜਿਨ ਪਰ ਕਿਰਪਾ ਪਰਮੇਸ਼ਵਰ ਕੀ ਨਾਮ। ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਤਿਗੁਰ ਚਰਨ ਸੌਂਪ ਮਨ ਦੀਨ। ਉਹ ਫਿਰ ਸਿੱਖੀ ਸਿਦਕ ਨੂੰ ਆਪਣੇ ਸੀਧੇ ਨਾਲ ਵੀ ਨਿਭਾ ਕਰਕੇ ਦਿਖਾ ਦਿੰਦੇ ਨੇ। ਸੁਆਮੀ ਅਗਰ ਸੀਸ ਕੋ ਅਰਪੀ। ਜਿਨ੍ਹਾਂ ਮਰਜ਼ੀ ਵੇਣਿਆਂ ਨੇ ਆਪਣਾ ਸਿਰ ਹੀ ਸਤਿਗੁਰੂ ਜੀ ਦੇ ਚਰਨਾਂ 'ਚ ਸਦਾ ਦੇ ਲਈ ਭੇਟਾ ਕੀਤਾ ਹੋਇਆ। ਕਾਟਨ ਕਰ ਹੈ ਤਾਂ ਕਿਉ ਉਰ ਡਰਪੀ। ਹੁਣ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਸਾਰਾ ਸਰਬੰਸ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਅਰਪਣ ਕੀਤਾ, ਉਹਨਾਂ ਨੂੰ ਤਾਂ ਫਿਰ ਸੀਸ ਕਟਾਉਣ ਲੱਗਿਆਂ ਵੀ ਕੋਈ ਦੁੱਖ ਤੇ ਕੋਈ ਖੇਚਲ ਨਹੀਂ ਮਹਿਸੂਸ ਹੁੰਦੀ ਹੈ। ਤਜਿਓ ਆਪਨ ਪਾਉ ਅਰਪਿਓ ਜਬੈ। ਜਿਨ੍ਹਾਂ 14 ਸੂਰਮਿਆਂ ਨੇ ਪਹਿਲਾਂ ਹੀ ਆਪਣਾ ਆਪ ਤਿਆਗਣਾ ਕੀਤਾ ਹੈ, ਹੰਤਾ ਕਰ ਹੈ ਕੋਰ ਹੋਈ ਤਬੈ। ਉਹ ਕਦੇ ਵੀ ਜਿਹੜੀ ਝੂਠੀ ਸਰੀਰ ਦੀ ਹੰਗਤਾ ਆਪਣੇ ਮਨ ਦੇ ਅੰਦਰ ਨਹੀਂ ਧਾਰਨ ਕਰਦੇ ਹਨ। ਤਿਮ ਸਭ ਸਿੰਘਨ ਅਰਪੇ ਪ੍ਰਾਨਾ। ਇਸ ਪ੍ਰਕਾਰ ਜੋਧ ਸੂਰਮੇ ਬਹਾਦਰਾਂ ਨੇ ਆਪਣੇ ਪ੍ਰਾਣ ਵੀ ਮਹਾਰਾਜ ਦੇ ਚਰਨਾਂ 'ਚ ਸਦਾ ਦੇ ਲਈ ਭੇਟਾ ਕਰ ਦਿੱਤੇ ਹਨ। ਗੁਰ ਹਿਤ ਹੀ ਚਾਹਤ ਚਿਤ ਹਾਨਾ। ਹੁਣ ਜਿਹੜੇ ਆਪਣੇ ਆਪ ਨੂੰ ਵੀ ਦਸ਼ਮੇਸ਼ ਪਿਤਾ ਦੇ ਲਈ ਸਦਾ ਵਾਸਤੇ ਕੁਰਬਾਨ ਕਰਨਾ ਚਾਹੁੰਦੇ ਹਨ, ਮਹਾ ਸ਼ੁੱਧਤ ਹਵੈ ਦਿਵਸ ਗੁਜ਼ਾਰੈ। ਸਾਰੇ ਜੋਧ ਸੂਰਮੇ ਬਹੁਤ ਹੀ ਭੁੱਖ ਦੇ ਦੁੱਖ ਨੂੰ ਬਰਦਾਸ਼ਤ ਕਰਦੇ ਹੋਇਆਂ ਦਿਨ ਰਾਤ ਬਤੀਤ ਕਰ ਰਹੇ ਹਨ। ਘਟ ਕਸ ਰਹਿ ਤੋ ਪੰਗਨ ਮਾਰੈ। ਪਰ ਫਿਰ ਵੀ ਗੁਰੂ ਕੇ ਲਾਲ ਆਪਣੇ ਲੱਕ ਦੇ ਨਾਲ ਤਲਵਾਰਾਂ ਬੰਨ੍ਹ ਕੇ ਭਾਵੇਂ ਭੁੱਖ ਦੇ ਨਾਲ ਸਰੀਰ ਕਮਜ਼ੋਰ ਵੀ ਹੋ ਚੁੱਕੇ ਹਨ, ਪਰ ਫਿਰ ਵੀ ਭੁੱਖ ਦੇ ਦੁੱਖ ਨੂੰ ਝੱਲਦਿਆਂ ਹੋਇਆਂ ਬੰਦੂਕਾਂ ਉਸੇ ਤਰ੍ਹਾਂ ਹੱਥ ਦੇ ਵਿੱਚ ਪਕੜੀਆਂ ਹੋਈਆਂ ਹਨ। ਪਾਓ ਪਾਓ ਪਰ ਕਬ ਕਬ ਅੰਨ। ਆਨੰਦਪੁਰ ਦੇ ਵਿੱਚ ਪਾਈਆ ਪਾਈਆ ਅੰਨ ਉਹ ਵੀ ਕਦੇ ਕਦੇ ਹੁਣ ਖਾਣ ਦੇ ਲਈ ਪ੍ਰਾਪਤ ਹੋਣ ਲੱਗ ਪਿਆ ਸੀ। ਬਨੇ ਗੁਰੂ ਕਰਤੀ ਅਚਵਨ। ਉਹ ਵੀ ਕਈ ਕਈ ਦਿਨਾਂ ਤੋਂ ਬਾਅਦ ਗੁਰੂ ਕੇ ਲੰਗਰ ਦੇ ਵਿੱਚ ਮਾੜਾ ਮੋਟਾ ਕੋਈ ਭੋਜਨ ਪਾਣੀ ਤਿਆਰ ਹੁੰਦਾ ਸੀ। ਕੇ ਚਿਤ ਕਰ ਅਬੀਰ ਨਿਕਸੰਤੀ। ਕਈ ਫਿਰ ਦੇ ਨੇਰ ਸਵੇਰ ਦੇ ਕਰਕੇ ਬਾਹਰ ਆਪਣਾ ਥੋੜਾ ਬਹੁਤਾ ਭੋਜਨ ਛਕ ਲੈਂਦੇ ਹਨ। ਤਿਮਰ ਭਏ ਵੱਡ ਨਹੀਂ ਦਿਖੰਤੀ। ਜਦੋਂ ਦੇਖਿਆ ਵੀ ਚਾਰੇ ਪਾਸੇ ਬੜਾ ਗੜਾਂ ਦੇਰ ਵੱਧ ਚੁੱਕੀ ਹੈ, ਜਿੱਥੋਂ ਵੀ ਕੋਈ ਮਾੜੀ ਮੋਟੀ ਇਹਨਾਂ ਨੂੰ ਪੱਗ ਡੰਡੀ ਦਾ ਪਤਾ ਹੁੰਦਾ ਹੈ, ਇਕੱਲੇ ਤੋਂ ਇਕੱਲੇ ਉੱਥੋਂ ਦੀ ਬਾਹਰ ਨਿਕਲ ਕਰਕੇ ਅੰਨ ਪਾਣੀ ਛਕਣ ਦੇ ਲਈ ਚਲੇ ਜਾਂਦੇ ਹਨ। ਜਾਏ ਬਹਿਰਤੀ ਲਿਆਵਨ ਕਰੈ। ਉਹਨਾਂ ਤੋਂ ਲੋਕ ਛਿਪ ਕਰਕੇ ਥੋੜਾ ਬਹੁਤਾ ਅੰਨ ਬਾਹਰੋਂ ਵੀ ਲੈ ਆਉਂਦੇ ਹਨ। ਕੇ ਚਿਤ ਨਾਮ ਆਸਰੇ ਥਿਰੈ। ਬੜੇ ਜਿਹੜੇ ਗੁਰ ਸਿੱਖ ਉਹ ਹੁਣ ਨਾਮ ਦੇ ਆਸਰੇ ਹੀ ਟਿਕ ਕਰਕੇ ਬੈਠੇ ਹਨ। ਇੱਕ ਦਿਨ ਸਿੰਘਨ ਕਰੀ ਸਲਾਹ। ਇੱਕ ਦਿਨ ਫਿਰ ਜੋਧੇ ਸੂਰਮਿਆਂ ਨੇ ਰਲ ਮਿਲ ਕਰਕੇ ਸਲਾਹ ਕਰ ਲਈ ਹੈ ਅੰਨ ਹੈ ਅੰਨ ਗ੍ਰਾਮ ਕਿਸ ਮਾਹ। ਵੀ ਹੁਣ ਆਪਾਂ ਨੂੰ ਬਾਹਰ ਕਿਸੇ ਪਿੰਡ ਜਾਂ ਨਗਰ ਚੋਂ ਰਾਤੋਂ ਰਾਤ ਅੰਨ ਲਿਆਉਣਾ ਜ਼ਰੂਰ ਪਏਗਾ, ਨਹੀਂ ਤਾਂ ਫਿਰ ਭੁੱਖ ਦੇ ਦੁੱਖ ਦੇ ਨਾਲ ਸਰੀਰ ਵੀ ਦੇ ਲੋ ਕਿਵੇਂ ਬੜੇ ਇੱਕ ਜਿਵੇਂ ਕਹਿ ਦਈਏ ਵੀ ਹੱਡੀਆਂ ਦੇ ਢਾਂਚੇ ਹੀ ਬਣ ਚੁੱਕੇ ਹਨ। ਕਰ ਮਸਲਤ ਨਿਸਮਹਿ ਚੱਲ ਗਈ। ਸਲਾਹ ਕਰਕੇ ਜੋਧੇ ਸੂਰਮੇ ਰਾਤੋਂ ਰਾਤ ਅਨੰਦਪੁਰ ਦੇ ਵਿੱਚੋਂ ਬਾਹਰ ਚਲੇ ਗਏ ਸੀ। ਦੂਰ ਦੂਣ ਮਹਿ ਪ੍ਰਾਪਤ ਭਈ। ਹੁਣ ਦੂਣ ਦੇ ਵਿੱਚ ਕਾਫੀ ਦੂਰ ਪਿੰਡ ਦੇ ਕਰਕੇ ਉਸ
ਦਿਸ਼ਾ ਦੇ ਵੱਲ ਚਲੇ ਗਏ ਸਨ। ਜਾਈ ਤਹਾਂ ਇੱਕ ਗ੍ਰਾਮ ਨਿਹਾਰਿਓ। ਉੱਥੇ ਜਾ ਕਰਕੇ ਜੋਧੇ ਸੂਰਮਿਆਂ ਨੇ ਇੱਕ ਪਿੰਡ ਦੇਖਣਾ ਕੀਤਾ ਸੀ। ਬੜੀ ਅਚਾਨਕ ਅਰਿਓ ਸੋ ਮਾਰਿਓ। ਉਹ ਅਚਾਨਕ ਹੀ ਜਦੋਂ ਉਸ ਪਿੰਡ ਦੇ ਅੰਦਰ ਅੰਨ ਲੈਣ ਵਾਸਤੇ ਜੋਧੇ ਸੂਰਮੇ ਪ੍ਰਵੇਸ਼ ਕਰ ਗਏ ਹਨ। ਔਰ ਸਦਨ ਕੋ ਅੰਨ ਜਿਤੀਕ। ਹੁਣ ਘਰਾਂ ਦੇ ਵਿੱਚੋਂ ਜਿਤਨਾ ਕਿਨਾਂ ਨੂੰ ਅੰਨ ਆਟਾ ਹੱਥ ਦੇ ਵਿੱਚ ਲੱਗਿਆ ਸੀ, ਬੰਦਿਓ ਪੋਟਨ ਵਿਖੈ ਤਿਤੀਕ। ਉਤਨਾ ਕੁ ਸੁੱਕਾ ਜਿਹੜਾ ਅੰਨ ਹੈ ਚਾਹੇ ਆਟਾ ਹੈ, ਪੋਟਲੀਆਂ ਦੇ ਵਿੱਚ ਬੰਨ ਲਿਆ ਹੈ। ਕੀਤਕ ਲਾਦ ਲੀਨ ਨਿਜ ਘੋਰੀ। ਅਜੇ ਥੋੜਾ ਜਿਹਾ ਆਟਾ ਔਰ ਅੰਨ ਪੋਟਲੀਆਂ 'ਚ ਬੰਨ ਕਰਕੇ ਇਹਨਾਂ ਨੇ ਆਪਣੇ ਘੋੜਿਆਂ ਤੇ ਲੱਦਿਆ ਸੀ। ਕ੍ਰਿਤ ਮਿਸ਼ਟਾਨ ਪਾਈ ਜੋ ਟੋਰੀ। ਜੋ ਵੀ ਘਰਾਂ ਦੇ ਵਿੱਚੋਂ ਘਿਓ ਹੈ, ਗੁੜ ਹੈ, ਆਟਾ, ਜੋ ਜੋ ਖਾਣ ਵਾਲੀਆਂ ਵਸਤੂਆਂ ਖਾਲਸੇ ਦੇ ਹੱਥ ਲੱਗ ਗਈਆਂ ਸਨ। ਬਸਤ ਜੋ ਖੈਬੇ ਕੀ ਤਹ ਪਾਈ। ਹੁਣ ਉਹੀ ਵਸਤੂਆਂ ਜੋਧੇ ਸੂਰਮੇ ਲਿਆਉਂਦੇ ਵੀ ਜਿਹੜੀਆਂ ਹੁਣ ਬਰਤਨ ਦੇ ਵਿੱਚ ਆ ਸਕਦੀਆਂ ਹਨ। ਸੋ ਸਭ ਸਿੰਘਨਾ ਲੀਨ ਉਚਾਈ। ਹੁਣ ਛੋਟੀਆਂ ਛੋਟੀਆਂ ਪੋਟਲੀਆਂ ਇਹਨਾਂ ਨੇ ਆਪਣੇ ਘੋੜਿਆਂ ਦੇ ਉੱਪਰ ਰੱਖ ਲਈਆਂ ਹਨ। ਲੀਕਰ ਨਿਕਸ ਚਲੀ ਮਗ ਪਰੀ। ਅਜੇ ਥੋੜਾ ਜਿਹਾ ਪਿੰਡ ਤੋਂ ਬਾਹਰ ਹੀ ਪਹੁੰਚੇ ਸੀ। ਪੀਛੇ ਰੌਰ ਮਹਾਨਰ ਕਰੀ। ਹੁਣ ਉਹ ਤੋਂ ਬਾਅਦ ਸਾਰੇ ਪਿੰਡ ਵਾਲਿਆਂ ਨੇ ਰਲ ਮਿਲ ਕਰਕੇ ਬੜਾ ਰੌਲਾ ਪਾ ਦਿੱਤਾ ਸੀ। ਗਹਿ ਗਹਿ ਹਾਥਨ ਮਹਿ ਹਥਿਆਰੀ। ਬਹੁਤ ਸਾਰੀਆਂ ਫੌਜਾਂ ਫੜ ਕਰਕੇ ਹੱਥਾਂ ਦੇ ਵਿੱਚ ਆਪੋ ਆਪਣੇ ਸ਼ਾਸਤਰ ਤਿਆਰ ਹੋ ਗਈਆਂ ਸਨ। ਮਿਲ ਕਰ ਪਰੀ ਸਮੂਹ ਪਿਛਾਰੀ। ਬਹੁਤ ਸਾਰੇ ਜਿਹੜੇ ਲੋਕ ਜੋਧੇ ਸੂਰਮਿਆਂ ਦੇ ਪਿੱਛੇ ਪੈ ਗਏ ਹਨ। ਜਿਨ ਸਿਰ ਭੇਟ ਸੋ ਆਗੇ ਕਰੀ। ਜਿਨ੍ਹਾਂ ਸਿੰਘਾਂ ਨੇ ਸਿਰਾਂ ਦੇ ਉੱਪਰ ਪੋਟਲੀਆਂ ਚੁੱਕੀਆਂ ਹੋਈਆਂ ਸੀ, ਉਹਨਾਂ ਨੂੰ ਫਿਰ ਖਾਲਸੇ ਨੇ ਆਪਣੇ ਅੱਗੇ ਲਗਾਇਆ ਹੋਇਆ। ਪਾਛੀ ਰਹੀ ਤੁਪਕ ਕਰ ਧਰੀ। ਉਹਨਾਂ ਤੋਂ ਪਿੱਛੇ ਪਿੱਛੇ ਜੋਧੇ ਸੂਰਮੇ ਫਿਰ ਇਹਨਾਂ ਦੀ ਉਹ ਲੈ ਕਰਕੇ ਬੰਦੂਕਾਂ ਰਾਖੀ ਵੀ ਕਰ ਰਹੇ ਸਨ। ਪਰੀ ਗੈਲ ਸੀ ਮਾਰ ਹਟਾਈ। ਜਿਹੜਾ ਵੀ ਕੋਈ ਨੇੜੇ ਆਇਆ ਮਾਰ ਕਰਕੇ ਨਿਸ਼ਾਨਾ ਉਹਨੂੰ ਤੋਂ ਪਿੱਛੇ ਮੋੜ ਦਿੱਤਾ ਸੀ। ਤਮ ਮਹਿ ਡਰਤ ਨ ਕੋ ਨਿਹਰਾਈ। ਪਰ ਅੰਧੇਰੇ ਦੇ ਵਿੱਚ ਡਰਦਾ ਹੋਇਆ ਕੋਈ ਵੀ ਖਾਲਸੇ ਦੇ ਨੇੜੇ ਨਹੀਂ ਲੱਗਦਾ ਸੀ। ਖੈਬੀ ਹਿਤ ਦਿਨ ਕਿਤਕ ਗੁਜ਼ਾਰਾ। ਉਸ ਸਮੇਂ ਸਿੰਘਾਂ ਨੇ ਇਸ ਅੰਨ ਦੇ ਨਾਲ ਵੀ ਕਾਫੀ ਆਪਣੇ ਜਿਹੜੇ ਦਿਨ ਗੁਜ਼ਾਰ ਲਏ ਸਨ। ਆਨਿਓ ਅੰਨ ਤਰਾਸ ਨਿਰਵਾਰਾ। ਹੁਣ ਭੋਜਨ ਪਾਣੀ ਛਕ ਕਰਕੇ ਇਹਨਾਂ ਨੇ ਆਪਣੇ ਤਨ ਦੀ ਜਿਹੜੀ ਭੁੱਖ ਵੀ ਦੂਰ ਕਰ ਲਈ ਹੈ। ਬਰੀ ਦੁਰਗਮ ਹੈ ਫਤਿਹ ਬੁਲਾਈ। ਕਿਲੇ ਦੇ ਵਿੱਚ ਪ੍ਰਵੇਸ਼ ਹੋ ਕੇ ਜੋਧੇ ਸੂਰਮਿਆਂ ਨੇ ਫਤਿਹ ਦੇ ਜਕਾਰੇ ਛੱਡ ਦਿੱਤੇ ਸਨ। ਵਿਸ਼ਰਾਮੇ ਕਰ ਤਿਆਰ ਸੋ ਖਾਈ। ਹੁਣ ਰਾਤ ਦੇ ਟਾਈਮ ਤੇ ਆਰਾਮ ਕੀਤਾ। ਉਸ ਅੰਨ ਦੇ ਨਾਲ ਸਿੰਘਾਂ ਨੇ ਆਪਣਾ ਲੰਗਰ ਪਾਣੀ ਤਿਆਰ ਕਰਕੇ ਛਕ ਲਿਆ ਸੀ। ਕੇਤਕ ਦਿਵਸ ਇਸ ਭਾਂਤ ਬਿਤਾਈ। ਹੁਣ ਇਹੋ ਉਸ ਅੰਨ ਦੇ ਨਾਲ ਵੀ ਜੋਧੇ ਸੂਰਮਿਆਂ ਨੇ ਕੁਝ ਕੁ ਦਿਨ ਆਪਣੇ ਹੋਰ ਕੱਟ ਲਏ ਸਨ। ਬਹੁਰ ਸ਼ੁਦਾ ਤੀ ਸਿੱਖ ਬਿਕੁਲਾਈ। ਹੁਣ ਭੁੱਖ ਤਾਂ ਮਨੁੱਖ ਨੂੰ ਰੋਜ਼ਾਨਾ ਹੀ ਬੜਾ ਤੰਗ ਕਰਿਆ ਕਰਦੀ ਹੈ। ਭਗਤਾਂ ਨੇ ਵੀ ਇਹ ਵਚਨ ਕਹਿ ਦਿੱਤੇ ਹਨ, ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਫਰੀਦਾ ਮੌਤੋਂ ਭੁੱਖ ਬੜੀ, ਰਾਤੀ ਸੁੱਤੇ ਖਾਏ ਕੇ, ਤੜਕੇ ਫੇਰ ਖੜੀ। ਇਹ ਤਾਂ ਹੁਣ ਰੋਜ਼ ਦੀ ਰੋਜ਼ ਮਨੁੱਖ ਦੇ ਅੱਗੇ ਆ ਕਰਕੇ ਖੜੀ ਹੋ ਜਾਂਦੀ ਹੈ। ਹੁਣ ਫੇਰ ਜੋਧੇ ਸੂਰਮੇ ਭੁੱਖ ਦੇ ਦੁੱਖ ਦੇ ਨਾਲ ਬੜਾ ਜਦੋਂ
ਤੰਗ ਹੋਣ ਲੱਗ ਪਏ ਸੀ। ਬ੍ਰਿਚਨ ਕੀਲੇ ਛੀਲ ਉਤਾਰੀ ਹੁਣ ਖਾਲਸੇ ਨੇ ਦਰਖਤਾਂ ਦੀਆਂ ਜਿਹੜੀਆਂ ਛਿੱਲਾਂ ਖਾ ਖਾ ਕਰਕੇ ਉਹਦੇ ਨਾਲ ਵੀ ਆਪਣਾ ਗੁਜ਼ਾਰਾ ਕੀਤਾ ਸੀ। ਕੋਟ ਕਰੈ ਕੈ ਬੇਹਤ ਤਿਆਰੀ ਹੁਣ ਉਹਨਾਂ ਨੂੰ ਉਬਾਲ ਕਰਕੇ ਕਈ ਦਫਾ ਆਪਣੇ ਪੇਟ ਦੀ ਜਿਹੜੀ ਅਗਨ ਬੁਝਾ ਲੈਂਦੇ ਹਨ। ਕੇਤ ਕਲੇ ਤਰਬਰ ਕੇ ਪਾਤ ਬਹੁਤਿਆਂ ਨੇ ਦਰਖਤਾਂ ਦੇ ਪੱਤੇ ਉਬਾਲ ਕਰਕੇ ਉਹਨਾਂ ਦੇ ਨਾਲ ਵੀ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਹੋਇਆ ਸੀ। ਤਰਹਿ ਅਗਨ ਪਰ ਰਿਧ ਹੈ ਖਾਤ ਉਹਨਾਂ ਪੱਤਿਆਂ ਨੂੰ ਅਗਨੀ ਦੇ ਉੱਪਰ ਰੱਖ ਕਰਕੇ ਉਬਾਲ ਲੈਂਦੇ ਹਨ। ਕੇਤਕ ਫਿਰ ਕੈ ਜਿਤ ਕਿਤ ਟੋਰ ਕਈ ਜੋਧੇ ਸੂਰਮੇ ਆਲੇ ਦੁਆਲੇ ਫਿਰ ਤੁਰ ਕਰਕੇ ਜਿੱਥੋਂ ਵੀ ਕਿਤੋਂ ਮਿਲਦਾ ਹੈ ਥੋੜਾ ਬਹੁਤਾ ਅੰਨ ਪ੍ਰਾਪਤ ਕਰ ਲੈਂਦੇ ਹਨ। ਫਲ ਫੂਲਨ ਕੋ ਅੰਨ ਹੈ ਤੋਰ ਕਈ ਫੁੱਲ ਲਿਆ ਕਰਕੇ ਉਹਦੇ ਨਾਲ ਵੀ ਆਪਣੀ ਭੁੱਖ ਦੂਰ ਕਰਨ ਦਾ ਯਤਨ ਕਰਿਆ ਕਰਦੇ ਸੀ। ਅਦਕ ਸ਼ੁਦਾ ਕੋ ਸਿੰਘ ਸਹਾਰੇ ਬਹੁਤ ਭੁੱਖ ਦਾ ਜਿਹੜਾ ਦੁੱਖ ਸਿੰਘ ਸੂਰਮੇ ਆਪਣੇ ਜਿਸਮਾਂ ਦੇ ਉੱਪਰ ਵੀ ਝੱਲ ਰਹੇ ਹਨ। ਜਦੋਂ ਹਫ਼ਤੇ ਤੋਂ ਬਾਅਦ ਪਾਈਆ ਪਰ ਹਨ ਉਹਦੇ ਨਾਲ ਕੀ ਬਣਦਾ ਹੈ? ਪਰ ਫਿਰ ਵੀ ਗੁਰੂ ਕੇ ਲਾਲਾ ਨੇ ਮਨ ਦੇ ਵਿੱਚ ਬੜਾ ਸਦਕ ਭਰੋਸਾ ਪਹਿਲਾਂ ਦੇ ਸਮਾਨ ਹੀ ਧਾਰਨ ਕੀਤਾ ਹੋਇਆ ਹੈ। ਹੋਈ ਜੰਗ ਤੋ ਆਜੁਦ ਮਾਰੇ ਜਦੋਂ ਕਿਤੇ ਯੁੱਧ ਕਰਨ ਦੀ ਲੋੜ ਪੈ ਗਈ ਫਿਰ ਸ਼ੇਰਾਂ ਦੇ ਸਮਾਨ ਸਾਰਿਆਂ ਤੋਂ ਅੱਗੇ ਇਨ੍ਹਾਂ ਤੁਰਕਾਂ ਮੁਗਲਾਂ ਪਠਾਣਾਂ ਦਾ ਬੜਾ ਮੁਕਾਬਲਾ ਕਰਨ ਲੱਗ ਜਾਂਦੇ ਹਨ। ਹਰ ਪਹਿ ਸੀਸ ਨਹੀਂ ਕਿਤ ਜਾਵੇ ਹੁਣ ਖਾਲਸੇ ਨੇ ਆਪਣੇ ਸੀਸ ਹੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕੀਤੇ ਹੋਏ ਹਨ। ਗੁਰ ਹਿਤ ਦੇ ਹੈ ਦੀਰ ਨਾ ਲਾਵੇ ਸੋਦੇ ਨੇ ਵੀ ਜੇ ਸਾਡਾ ਸੀਸ ਵੀ ਲੱਗ ਗਿਆ ਤਾਂ ਵੀ ਸਾਡੇ ਮਨ ਦੇ ਵਿੱਚ ਕੋਈ ਇਹੋ ਜਿਹਾ ਡਰ ਪੈ ਕਦੇ ਵੀ ਨਹੀਂ ਪੈਦਾ ਹੋਣਾ। ਦੋਹਰਾ ਪਾਵੇ ਸੰਕਟ ਸ਼ੁਦਾ ਕੋ ਤਉ ਰਹਿ ਤ੍ਰਿਤ ਧਾਰ ਭਾਵੇਂ ਭੁੱਖ ਦਾ ਬਹੁਤ ਵੱਡਾ ਜਿਹੜਾ ਡਾਢਾ ਦੁੱਖ ਸਾਰਿਆਂ ਦੇ ਉੱਪਰ ਪੈ ਚੁੱਕਿਆ ਪਰ ਫਿਰ ਵੀ ਖਾਲਸੇ ਨੇ ਮਨ ਦੇ ਅੰਦਰ ਬੜੀ ਧੀਰਜ ਤੇ ਬੜਾ ਹੌਸਲਾ ਉਸੇ ਤਰ੍ਹਾਂ ਹੀ ਧਾਰਨ ਕੀਤਾ ਹੋਇਆ ਸੀ। ਲੜਹਿ ਜੰਗ ਕੈ ਅਨ ਹਿਤ ਕਰਹਿ ਉਪਾਏ ਵਿਚਾਰ ਕਈ ਦਫਾ ਜੋਧੇ ਸੂਰਮਿਆਂ ਨੂੰ ਬਾਹਰੋਂ ਅੰਨ ਹੈ, ਆਟਾ ਹੈ, ਘਿਓ ਹੈ, ਗੁੜ ਹੈ ਇਹਨਾਂ ਨੂੰ ਵੀ ਲਿਆਉਣ ਦੇ ਲਈ ਬੜੇ ਉਪਾਜਤਨ ਆਪਣੇ ਕਰਨੇ ਪੈਂਦੇ ਸਨ। ਚੌਪਈ ਅਰਧ ਨਿਸਾ ਮਹਿ ਨਿਕਸੇ ਫੇਰ ਇੱਕ ਦਿਨ ਦਾ ਜੇਕਰ ਫਿਰ ਖਾਲਸੇ ਨੇ ਅੱਧੀ ਕੁ ਦੇ ਟਾਈਮ ਤੇ ਕਿਲੇ ਦੇ ਵਿੱਚੋਂ ਬਾਹਰ ਜਾਣ ਦੇ ਲਈ ਤਿਆਰੀ ਕਰ ਲਈ ਹੈ। ਮਿਲ ਕਰ ਸਿੰਘ ਸੋ ਭੂਖ ਵਡੇਰ ਹੁਣ ਜਿਨ੍ਹਾਂ ਨੂੰ ਭੁੱਖ ਦੇ ਦੁੱਖ ਨੇ ਬਹੁਤ ਹੀ ਜ਼ਿਆਦਾ ਹੱਦ ਤੋਂ ਵੱਧ ਤੰਗ ਕੀਤਾ ਹੋਇਆ ਸੀ। ਗਏ ਕੋਸ ਕੇਤਕ ਚੱਲ ਜਬੈ ਹੁਣ ਜਦੋਂ ਇਹੋ ਜਿਹਾ ਰਸਤਾ ਇਹਨਾਂ ਨੇ ਪਹਿਲਾਂ ਹੀ ਦਿੰਦੇ ਮੌਕੇ ਦੇਖਿਆ ਹੋਇਆ ਸੀ ਉੱਥੋਂ ਦੀ ਨਿਕਲ ਕੇ ਆਨੰਦਪੁਰ ਤੋਂ ਕੋਹ ਦੇ ਫਾਸਲੇ ਤੇ ਬਾਹਰ ਚਲੇ ਗਏ ਸਨ। ਗ੍ਰਾਮ ਅਪਰ ਅਬਲੋਕਿਓ ਤਬੈ ਜਦੋਂ ਜਾਂਦਿਆਂ ਰਾਹ ਦੇ ਵਿੱਚ ਬਹੁਤ ਵੱਡਾ ਪਿੰਡ ਦੇਖਿਆ ਖਾਲਸੇ ਨੇ। ਬਰੀ ਜਾਏ ਤੇਨਾ ਸਦਨ ਮਝਾਰੀ ਹੁਣ ਉਹਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚੋਂ ਘਿਓ ਹੈ, ਮਿੱਠਾ ਹੈ, ਆਟਾ ਲਿਆਉਣ ਦੇ ਲਈ ਜਦੋਂ ਪ੍ਰਵੇਸ਼ ਕੀਤਾ ਸੀ ਸਭਿਨ ਕੋ ਦੇ ਕੇ ਡਰ ਭਾਰੀ ਖਾਲਸੇ ਨੇ ਡਰਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਇਹਨਾਂ ਦੇ ਵਾਸੋਂ ਪ੍ਰਾਪਤ ਕਰ ਲਈਆਂ ਹਨ। ਅੰਨ ਨਿਕਾਸ ਲੀਨ ਮਨ ਪਾਇਓ ਮਨ ਪਾਉਂਦਾ ਬਹੁਤ ਸਾਰਾ
ਆਟਾ ਵੀ, ਘਿਓ ਵੀ, ਗੁੜ ਵੀ, ਦਾਲਾਂ ਵੀ ਇਹਨਾਂ ਦੇ ਪਾਸੋਂ ਮਾਇਆ ਦੇ ਕਰਕੇ ਕਢਵਾ ਲਈਆਂ ਸਨ। ਬੰਦ ਬੰਦ ਕਰ ਸੀਸ ਉਠਾਇਓ, ਜਦੋਂ ਛੋਟੀਆਂ ਛੋਟੀਆਂ ਪੋਟਲੀਆਂ ਬੰਨ੍ਹ ਕੇ ਜੋਧੇ ਸੂਰਮਿਆਂ ਨੇ ਆਪਣੇ ਸਿਰਾਂ ਤੇ ਚੁੱਕ ਲਈਆਂ ਸਨ। ਜਿਤ ਕੋ ਉਠਾਈ ਲੀਨ ਲੈ ਚਲੀ, ਹੁਣ ਜਿਤਨਾ ਕੁ ਕੋਈ ਵਜਨ ਆਪਣੇ ਸਿਰ ਦੇ ਉੱਪਰ ਉਠਾ ਸਕਦਾ ਸੀ, ਹਵੈ ਸੁਚੇਤ ਹਟਤਿਓ ਸਭ ਮਿਲੀ। ਬੜੇ ਸੁਚੇਤ ਸਾਵਧਾਨ ਹੋ ਕੇ ਜੋਧੇ ਸੂਰਮੇ ਉਸ ਪਿੰਡ ਚੋਂ ਵਾਪਸ ਮੁੜ ਪਏ ਹਨ। ਲਰਿਓ ਨਾ ਕੋ ਮਿਲਿਓ ਨਾ ਅਰੀ, ਹੁਣ ਰਾਹ ਦੇ ਵਿੱਚ ਕੋਈ ਵੀ ਜਿਹੜਾ ਤੁਰਕ ਮੁਗਲ ਪਠਾਨ ਖਾਲਸੇ ਦੇ ਸਾਹਮਣੇ ਆ ਕਰਕੇ ਨਹੀਂ ਲੜਿਆ ਸੀ। ਆਏ ਦੁਰਗਮ ਹੈ ਖੁਸ਼ੀ ਸੋ ਕਰੀ, ਬੜੀ ਖੁਸ਼ੀ ਦੇ ਸਮੇਤ ਚਲਦਿਆਂ ਚਲਦਿਆਂ ਕਿਲੇ ਦੇ ਵਿੱਚ ਪਹੁੰਚ ਗਏ ਹਨ। ਤੁਰਕਨ ਕੇ ਸੂਬੇ ਸੈਲੇਸ਼, ਹੁਣ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਵੱਡੇ ਵੱਡੇ ਸੂਬੇ ਆ ਜ਼ਬਰਦਸਤ ਖਾਨ, ਵਜ਼ੀਰ ਖਾਨ, ਇਹ ਹੁਣ ਪਹਿਲਾਂ ਹੀ ਆਪਣੀਆਂ ਜਿਹੜੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਲੈ ਕਰਕੇ ਪਹੁੰਚੇ ਹੋਏ ਸਨ। ਮਿਲ ਕੇ ਚਿੰਤਾ ਕਰੀ ਵਿਸ਼ੇਸ਼, ਜਦੋਂ ਦਿਨ ਚੜ੍ਹਦੇ ਨੂੰ ਇਹਨਾਂ ਨੂੰ ਖਬਰ ਮਿਲੀ ਵੀ ਰਾਤੋਂ ਰਾਤ ਗੁਰੂ ਕੇ ਜੋਧੇ ਸੂਰਮੇ ਪਿੰਡਾਂ ਚੋਂ ਆ ਜਿਹੜੀਆਂ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਲੈ ਕਰਕੇ ਜਾਂਦੇ ਹਨ। ਜਦੋਂ ਵੀ ਖਾਲਸੇ ਦਾ ਕਿਤੇ ਰਾਤ ਬਰਾਤੇ ਅੰਧੇਰੇ ਦੇ ਵਿੱਚ ਦਾ ਲੱਗਦਾ, ਉਸੇ ਵਕਤ ਫਿਰ ਪਿੰਡਾਂ ਜਾਂ ਫਿਰ ਨਗਰਾਂ 'ਚ ਪਹੁੰਚ ਜਾਂਦੇ ਸੀ। ਚਿਤ ਕੋ ਜਾਈ ਸਿੰਘ ਲੈ ਆਵੇਂ, ਜਦੋਂ ਸਾਰੀ CID ਇਹਨਾਂ ਸੂਬਿਆਂ ਦੇ ਪਾਸ ਪਹੁੰਚੀ, ਸੋਚਣ ਲੱਗੇ ਵੀ ਪਤਾ ਤਾਂ ਕਰੋ ਰਾਤ ਨੂੰ ਗੁਰੂ ਜੀ ਦੇ ਜੋਧੇ ਸੂਰਮੇ ਇਹ ਕਿੱਥੋਂ ਦੀ ਬਾਹਰ ਨਿਕਲ ਕਰਕੇ ਜਾਂਦੇ ਹਨ। ਅੰਤਰ ਅੰਨ ਬਰੇ ਭਟ ਖਾਵੇਂ, ਹੁਣੇ ਤਾਂ ਰੋਜ਼ ਦੀ ਰੋਜ਼ ਬਹੁਤ ਸਾਰਾ ਅੰਨ ਔਰ ਆਟਾ ਔਰ ਗੁੜ ਬਾਹਰੋਂ ਲਿਆ ਕਰਕੇ ਫਿਰ ਆਪਣੇ ਕਿਲੇ ਦੇ ਵਿੱਚ ਸਹੀ ਸਲਾਮਤ ਵੜ ਜਾਂਦੇ ਹਨ। ਸੁਨ ਗਿਰ ਪਤਨਾ ਰਾਹੋ ਦਿਖਰਾਈ, ਫਿਰ ਦਿਨ ਦੇ ਮੌਕੇ ਇਹਨਾਂ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਦੇਖ ਲਿਆ ਵੀ ਇੱਥੋਂ ਦੀ ਗੁਰੂ ਜੀ ਦੇ ਜਿਹੜੇ ਜੋਧੇ ਸੂਰਮੇ ਨਾ ਇਹ ਦਾ ਬਚਾ ਕਰਕੇ ਰਾਤ ਨੂੰ ਜਾਂਦੇ ਹਨ। ਇਤ ਕੋ ਗਈ ਉਤੋਂ ਚੱਲ ਆਈ, ਜਿਹੜੇ ਉਸ ਇਲਾਕੇ ਦੇ ਭੇਤੀ ਲੋਕ ਉਹਨਾਂ ਨੇ ਦੱਸਿਆ ਵੀ ਆ ਇੱਕ ਪਹਾੜਾਂ ਦੇ ਵਿੱਚ ਦੀ ਗੁਪਤ ਜਿਹਾ ਰਸਤਾ ਪੈਂਦਾ ਹੈ, ਇੱਥੋਂ ਦੀ ਸਿੰਘ ਰਾਤ ਦੇ ਟਾਈਮ 'ਤੇ ਆਉਂਦੇ ਨੇ ਅਤੇ ਆ ਦੂਸਰੀ ਸਾਈਡ ਅੰਧੇਰੇ ਦੇ ਵਿੱਚ ਸਮਾਨ ਵਗੈਰਾ ਲੈ ਕੇ ਵਾਪਸ ਮੁੜ ਜਾਂਦੇ ਹਨ। ਦੇਖ ਘਾਤ ਸਿੰਘਨ ਕੀ ਸਾਰੀ, ਹੁਣ ਸੂਬਿਆਂ ਨੇ ਵੀ ਔਰ ਪਹਾੜੀ ਰਾਜਿਆਂ ਨੇ ਉਹ ਸਾਰੇ ਜਿਹੜੇ ਰਸਤੇ ਸਨ ਉਹਨਾਂ ਦਾ ਦਿਨ ਦੇ ਟਾਈਮ 'ਤੇ ਭੇਤ ਕੱਢ ਲਿਆ ਸੀ। ਤੁਰਕਨ ਰਖੀ ਚੰਮੂ ਕਰ ਤਿਆਰੀ, ਉਹਨਾਂ ਥਾਵਾਂ 'ਤੇ ਤੁਰਕਾਂ ਨੇ ਪਹਿਲਾਂ ਹੀ ਰਾਤ ਹੋਣ ਤੋਂ ਬੜੀ ਜਿਹੜੀ ਆਪਣੀ ਫੌਜ ਥੋੜ੍ਹੀ ਜੀ ਦੂਰੀ 'ਤੇ ਖੜੀ ਕਰ ਦਿੱਤੀ ਹੈ। 10-20 ਕਨਰ ਸ਼ੇਰ ਨਹਾਰੀ, 10-20 ਜਵਾਨਾਂ ਦੀ ਡਿਊਟੀ ਲਗਾਈ ਵੀ ਤੁਸੀਂ ਨਿਗਾਹ ਰੱਖਿਓ ਕਿਹੜੇ ਵੇਲੇ ਗੁਰੂ ਜੀ ਦੇ ਜੋਧੇ ਸੂਰਮੇ ਇੱਥੋਂ ਦੀ ਨਿਕਲ ਕਰਕੇ ਬਾਹਰ ਨੂੰ ਜਾਂਦੇ ਹਨ। ਸਭ ਮਾਰਗ ਕੋ ਕਰਤ ਨਿਹਾਰੀ, ਹੁਣ ਇਹਨਾਂ ਨੇ ਸਾਰੇ ਰਸਤਿਆਂ ਦਾ ਚੰਗੀ ਤਰ੍ਹਾਂ ਦੇ ਕਰਕੇ ਆਪਣਾ ਭੇਤ ਪ੍ਰਾਪਤ ਕਰ ਲਿਆ ਸੀ। ਲੱਗੇ ਰਹੇ ਲੈਬੇ ਹਿਤ ਭੇਤ, ਦਿਨ ਦੇ ਮੌਕੇ ਰੋਜ਼ ਦੀ ਰੋਜ਼ ਇਹਨਾਂ ਰਸਤਿਆਂ ਦਾ ਸੂਬੇ ਵੀ ਪਹਾੜੀ ਰਾਜੇ ਸਾਰਾ ਆਪਣਾ
ਭੇਦ ਕੱਢਦੇ ਰਹਿੰਦੇ ਹਨ। ਨਹਿ ਜਾਣਿਓ ਸਿੰਘਨ ਸੰਕੀਤ। ਪਰ ਇਸ ਹਕੀਕਤ ਦਾ, ਇਸ ਗੱਲ ਦਾ ਅਜੇ ਤੱਕ ਖਾਲਸੇ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਆ ਸਾਡੇ ਰਸਤਿਆਂ ਦੇ ਜਿਹੜੇ ਭੇਦ ਨੂੰ ਤਾਂ ਸੂਬਿਆਂ ਨੇ ਔਰ ਪਹਾੜੀ ਰਾਜਿਆਂ ਨੇ ਦਿਨ ਦੇ ਮੌਕੇ ਚੰਗੀ ਤਰ੍ਹਾਂ ਨਿਗਾਹ ਮਾਰ ਕੇ ਦੇਖ ਲਿਆ। ਇਕੱਠੇ ਹੋਈ ਗਮਨ ਤਬ ਕੀਨ। ਪਹਿਲਾਂ ਦੇ ਸਮਾਨ ਅੱਜ ਵੀ ਬਹੁਤ ਸਾਰੇ ਸਿੰਘ ਸੂਰਮੇ ਜਦੋਂ ਇਕੱਠੇ ਹੋ ਕੇ ਬਾਹਰ ਜਾਣ ਦੇ ਲਈ ਤਿਆਰ ਹੋ ਗਏ ਸੀ। ਅੰਨ ਲੈਨ ਕੋ ਜਿਤ ਦਿਸ਼ ਚੀਨ। ਹੁਣ ਜਿਹੜੇ ਰਸਤਿਆਂ ਦੇ ਬਾਰੇ ਇਹਨਾਂ ਨੇ ਪਹਿਲਾਂ ਹੀ ਆਪਣਾ ਭੇਦ ਕੱਢਿਆ ਹੋਇਆ ਸੀ। ਦੂਰ ਗਏ ਜਬ ਚਲ ਕਰ ਸੋ। ਜਦੋਂ ਸਤਿਗੁਰੂ ਜੀ ਦੇ ਜੋਧ ਹੈ ਸੂਰਮੇ ਆਨੰਦਪੁਰ ਚੋਂ ਨਿਕਲ ਕਰਕੇ ਕਾਫੀ ਦੂਰ ਪਹੁੰਚ ਗਏ ਹਨ। ਗ੍ਰਾਮ ਜਹਾਂ ਜਾਣਤ ਥੇ ਜੋ। ਜਿਹੜੇ ਪਿੰਡ ਬਾਰੇ ਇਹਨਾਂ ਨੇ ਪਹਿਲਾਂ ਹੀ ਆਪਣੀ CID ਦਿਨ ਦੇ ਮੌਕੇ ਪ੍ਰਾਪਤ ਕੀਤੀ ਹੋਈ ਸੀ ਵੀ ਅੱਜ ਫਲਾਣੇ ਪਿੰਡ ਜਾਂ ਉਹ ਨਗਰ ਦੇ ਵਿੱਚੋਂ ਆਪਾਂ ਨੇ ਅੰਨ ਪਾਣੀ ਵਗੈਰਾ ਰਾਤ ਦੇ ਮੌਕੇ ਤੇ ਲੈ ਕਰਕੇ ਆਉਣਾ ਹੈ। ਤੁਰਕਨ ਕੀ ਨਰ ਹੀਰ ਸਿਧਾਈ। ਹੁਣ ਇਹਨਾਂ ਤੁਰਕਾਂ ਮੁਗਲਾਂ ਦੇ ਸਿਪਾਹੀ ਪਹਿਲਾਂ ਹੀ CID ਲੈਣ ਵਾਸਤੇ ਉਹਨਾਂ ਰਸਤਿਆਂ ਦੇ ਉੱਪਰ ਖੜੇ ਸੀ। ਗਈ ਸਿੰਘ ਜਿਤ ਕੋ ਸੋ ਬਤਾਈ। ਜਦੋਂ ਦੂਰੋਂ ਖੜਿਆਂ ਹੋਇਆਂ ਨੇ ਨਿਗਾਹ ਮਾਰ ਲਈ ਵੀ ਹੁਣ ਸਤਿਗੁਰੂ ਜੀ ਜਦ ਜੋਧੇ ਸੂਰਮੇ ਇੱਥੋਂ ਦੀ ਨਿਕਲ ਕਰਕੇ ਕਾਫੀ ਵਾਰ ਦੂਰੀ ਤੇ ਚਲੇ ਗਏ ਹਨ। ਚੜੀ ਚਮੋ ਭਾਰੀ ਤਤਕਾਲਾ। ਉਸ ਵਕਤ ਫਿਰ ਚਾਰੇ ਪਾਸਿਆਂ ਤੋਂ ਬਹੁਤ ਸੈਨਾ ਚੜ ਕਰਕੇ ਆ ਗਈ ਹੈ। ਘਾਟਾ ਰੋਕਿਓ ਜਾਏ ਵਿਸਾਲਾ। ਇਹਨਾਂ ਨੇ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਉਹ ਜਿਹੜਾ ਘਾਟਾ ਚਾਰੇ ਪਾਸਿਆਂ ਤੋਂ ਰੋਕ ਲਿਆ ਸੀ। ਲੀ ਕਰ ਅੰਨ ਹਟੇ ਮਗ ਤਾਹੀ। ਜਿਸ ਵਕਤ ਗੁਰੂ ਕੇ ਪਿਆਰੇ ਅੰਨ ਪਾਣੀ ਆਟਾ ਲੈ ਕਰਕੇ ਉਸ ਰਸਤੇ ਥਾਈ ਵਾਪਸ ਮੁੜੇ ਆ ਰਹੇ ਸਨ। ਭਇਓ ਭੀੜ ਭਾਰੀ ਪਟ ਜਾਹੀ। ਉਸ ਥਾਂ ਤੇ ਦੋਵੇਂ ਪਾਸਿਆਂ ਤੋਂ ਬਹੁਤ ਵੱਡਾ ਭੇੜ ਆਪਸ ਵਿੱਚ ਹੀ ਜੋਧੇ ਸੂਰਮਿਆਂ ਦਾ ਪੈ ਗਿਆ ਸੀ। ਜਬ ਦੋਇ ਦਿਸ਼ਨ ਪਿਕੇ ਰਿਪ ਆਈ। ਖਾਲਸੇ ਨੇ ਦੇਖ ਲਿਆ ਵੀ ਅੱਜ ਤਾਂ ਦੋਵੇਂ ਪਾਸਿਆਂ ਤੋਂ ਬਹੁਤ ਜ਼ਿਆਦਾ ਫੌਜਾਂ ਚੜ ਕਰਕੇ ਆ ਗਈਆਂ ਹਨ। ਬਨੇ ਸੁਚੇਤ ਸੂਰ ਸਮੁਦਾਈ। ਉਸੇ ਵਕਤ ਸਤਿਗੁਰੂ ਜੀ ਦੇ ਬਹਾਦਰ ਜੋਧੇ ਬੱਬਰ ਸ਼ੇਰ ਦੇ ਸਮਾਨ ਬੜੇ ਸੁਚੇਤ ਹੋ ਗਏ ਸਨ। ਛੂਟੀ ਬਰਿੰਦ ਤਬ ਜਵਾਲਾ ਬਮਨੀ। ਉਸ ਵਕਤ ਫਿਰ ਬੜੀ ਤੇਜ਼ੀ ਦੇ ਨਾਲ ਇੱਕ ਦੂਜੇ ਦੇ ਵੱਲ ਬੰਦੂਕ ਦੇ ਵਿੱਚੋਂ ਗੋਲੀਆਂ ਚੱਲਣ ਲੱਗ ਪਈਆਂ ਸਨ। ਗੁਲਕ ਬਰੂਦ ਭਰੀ ਅਰਦਮਨੀ। ਹੁਣ ਇਹਨਾਂ ਨੇ ਤਾਂ ਪਹਿਲਾਂ ਹੀ ਆਪਣੀਆਂ ਜਿਹੜੀਆਂ ਬੰਦੂਕਾਂ ਗੋਲੀਆਂ ਪਾ ਕੇ ਤਿਆਰ ਕੀਤੀਆਂ ਹੋਈਆਂ ਸਨ। ਸਿਰ ਤੇ ਪੋਟ ਉਤਾਰੀ ਸਭੈ। ਉਸੇ ਵਕਤ ਖਾਲਸੇ ਨੇ ਦੇ ਲਿਆ ਵੀ ਹੁਣ ਇੱਥੋਂ ਅੱਗੇ ਜਾਣਾ ਸਾਡਾ ਬੜਾ ਮੁਸ਼ਕਲ ਹੋ ਗਿਆ। ਸਮਾਨ ਦੀਆਂ ਜਿਹੜੀਆਂ ਸਿਰ 'ਤੇ ਰੱਖੀਆਂ ਹੋਈਆਂ ਪੋਟਲੀਆਂ ਥੱਲੇ ਉਤਾਰ ਦਿੱਤੀਆਂ ਹਨ। ਛਤਰਨ ਸਮੁਖ ਸਿੰਘ ਭੀ ਤਬੈ। ਸਤਿਗੁਰੂ ਜੀ ਦੇ ਜੋਧੇ ਸੂਰਮੇ ਇਹਨਾਂ ਬੈਰੀਆਂ ਦੁਸ਼ਮਣਾਂ ਦੇ ਫਿਰ ਸਾਤਰ ਲੈ ਕਰਕੇ ਸਾਹਮਣੇ ਹੋ ਗਏ ਹਨ। ਛੋਰ ਤੁਪੰਗਨ ਕੋ ਤਤਕਾਲੀ। ਉਸੇ ਵਕਤ ਆਪਣੀਆਂ ਮਿਆਨਾਂ ਦੇ ਵਿੱਚੋਂ ਫੌਲਾਦੀ ਲੋਹੇ ਦੀਆਂ ਬਿਜਲੀ ਦੇ ਸਮਾਨ ਚਮਕਦੀਆਂ ਹੋਈਆਂ ਤਲਵਾਰਾਂ ਕੱਢ ਲਈਆਂ ਸੀ। ਆਗੇ ਭਈ ਖੜਗ ਗਹਿ ਢਾਲੀ। ਉਸੇ ਵਕਤ ਖਾਲਸੇ ਨੇ ਹੁਣ ਫਿਰ ਇਹਨਾਂ ਦੇ ਨਾਲ ਡਟ ਕਰਕੇ ਯੁੱਧ ਕਰਨ ਦੇ ਲਈ ਮਨ ਦੇ ਵਿੱਚ ਸੋਚ ਲਿਆ ਵੀ ਸਮਾਨ ਕਿਲ੍ਹੇ ਦੇ ਵਿੱਚ ਜਾਣਾ ਤਾਂ ਹੈ ਬੜਾ ਔਖਾ। ਹੁਣ ਤਾਂ ਫਿਰ ਇਹਨਾਂ ਦੇ ਨਾਲ ਦੋ ਹੱਥ ਕਰਦਿਆਂ ਆਪਾਂ ਨੂੰ ਸ਼ਹੀਦੀਆਂ ਹੀ
ਪ੍ਰਾਪਤ ਕਰਨੀਆਂ ਪੈਣੀਆਂ ਹਨ। ਹੁਣ ਜਿਸ ਪ੍ਰਕਾਰ ਜਵਾਨਾਂ ਸਿਪਾਹੀਆਂ ਨੇ ਇੱਕ ਦੂਜੇ ਦੇ ਸਾਹਮਣੇ ਹੋਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਛੋਰ ਤੁਪੰਗਨ ਕੋ ਤਤਕਾਲੀ, ਆਗੇ ਭਈ ਖੜਗ ਗਹਿ ਢਾਲੀ। ਛੋਰ ਤੁਪੰਗਨ ਕੋ ਤਤਕਾਲੀ, ਆਗੇ ਭਈ ਖੜਗ ਗਹਿ ਢਾਲੀ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ